ਓਮ ਸ਼ਾਂਤੀ। ਅੱਜ 30/8/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਪਵਿੱਤਰ ਰਹਿਣ ਦੀ ਕਸਮ ਲੈਣਾ ਹੀ ਸੱਚਾ ਰਾਖੀ ਬੰਧਨ ਹੈ। ਬਾਪ ਕਲਪ ਵਿੱਚ ਇੱਕ ਹੀ ਵਾਰ ਇਹ ਰਾਖੀ ਤੁਸੀਂ ਬੱਚਿਆਂ ਨੂੰ ਬੰਨ੍ਹਦੇ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਪਵਿੱਤਰਤਾ ਦੀ ਪ੍ਰਤਿੱਗਿਆ ਕਰਨ ਵਾਲਿਆਂ ਨੂੰ ਵੀ ਯੋਗ ਵਿੱਚ ਰਹਿਣ ਦਾ ਇਸ਼ਾਰਾ ਕਿਉਂ ਮਿਲਦਾ ਹੈ? ਅੱਜ ਬਾਬਾ ਦਾ ਉੱਤਰ ਹੈ, ਕਿਉਂਕਿ ਯੋਗ ਦੀ ਸ਼ਕਤੀ ਨਾਲ ਹੀ ਵਾਯੂਮੰਡਲ ਨੂੰ ਸ਼ਾਂਤ ਬਣਾ ਸਕਦੇ ਹੈ। ਸਾਰੀ ਦੁਨੀਆ ਨੂੰ ਸ਼ਾਂਤੀ ਦਾ ਵਰਸਾ ਦੇਣ ਦਾ ਉਪਾਅ ਹੀ ਯੋਗ ਹੈ। ਤੁਸੀਂ ਬਾਪ ਨੂੰ ਯਾਦ ਕਰਦੇ ਹੋ। ਵਿਸ਼ਵ ਵਿੱਚ ਸ਼ਾਂਤੀ ਫੈਲਾਉਣ ਦੇ ਲਈ ਜਿੰਨਾ ਬਾਪ ਨੂੰ ਯਾਦ ਕਰੋਗੇ, ਉਤਨਾ ਯੋਗ ਮਾਇਆ ਦਾ ਅਸਰ ਨਹੀਂ ਹੋਵੇਗਾ। ਬਾਪ ਦਾ ਇਹ ਵੀ ਫਰਮਾਨ ਹੈ, ਬੱਚੇ ਆਸ਼ਰੀਰੀ ਭਵ। ਗੀਤ ਹੈ ਅੱਜ ਦਾ, ਭਾਈਆ ਮੇਰੇ ਰਾਖੀ ਦੇ ਬੰਧਨ ਕੋ ਨਿਭਾਣਾ। ਓਮ ਸ਼ਾਂਤੀ। ਬੇਹੱਦ ਦੇ ਬਾਪ ਦਾ ਬੱਚਿਆਂ ਪ੍ਰਤੀ ਫਰਮਾਨ ਹੈ ਕਿ ਆਸ਼ਰੀਰੀ ਹੋ ਕੇ ਰਹੋ, ਮਤਲਬ ਆਪਣੇ ਨੂੰ ਆਤਮਾ ਨਿਸ਼ਚੈ ਕਰੋ। ਇਹਨਾਂ ਕਰਮ ਇੰਦਰੀਆਂ ਤੋਂ ਆਪਣੇ ਨੂੰ ਵੱਖ ਸਮਝੋ। ਇਹ ਸਰੀਰ ਡਿਪੈਂਡ ਕਰਦਾ ਹੀ ਹੈ ਆਤਮਾ ਦੇ ਉੱਪਰ। ਆਤਮਾ ਵੱਖ ਹੋ ਜਾਂਦੀ ਹੈ ਤਾਂ ਸਰੀਰ ਕਿਸੇ ਕੰਮ ਦੀ ਚੀਜ਼ ਨਹੀਂ ਰਹਿੰਦੀ, ਜਿਸ ਨੂੰ ਸਿਰਫ ਸਾੜਿਆ ਜਾਂਦਾ ਹੈ। ਜਦੋਂ ਆਤਮਾ ਨਿਕਲ ਜਾਂਦੀ ਹੈ ਤਾਂ ਜਿਵੇਂ ਮੁਰਦਾ ਕਿਚੜਾ ਹੋ ਜਾਂਦਾ ਹੈ। ਕਿਚੜਾ ਹੁੰਦਾ ਹੈ ਤਾਂ ਕਹਿੰਦੇ ਹੈ ਕਿ ਇਸ ਕਿਚੜੇ ਨੂੰ ਸਾੜ ਦਿਓ। ਆਤਮਾ ਬਿਨਾ ਇਹ ਸਰੀਰ ਕੰਮ ਦਾ ਨਹੀਂ ਹੈ। ਤਾਂ ਅਹਿਮ ਆਤਮਾ ਇਮਾਰਟਲ ਹੈ। ਇਹ ਸਰੀਰ ਜੋ ਪਾਠ ਵਜਾਉਣ ਲਈ ਮਿਲਦਾ ਹੈ, ਇਹ ਅਵਿਨਾਸ਼ੀ ਹੈ। ਆਤਮਾ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿੰਦਾ, ਬਦਬੂ ਹੋ ਜਾਂਦੀ ਹੈ। ਸਰੀਰ ਦੇ ਬਗੈਰ ਆਤਮਾ ਸਾਇਲੈਂਸ ਰਹਿੰਦੀ ਹੈ। ਬਾਪ ਸਮਝਾਉਂਦੇ ਹੈ, ਤੁਹਾਡੀ ਆਤਮਾ ਦਾ ਸਵਧਰਮ ਹੈ ਸਾਇਲੈਂਸ। ਤੁਸੀਂ ਜਾਣਦੇ ਹੋ, ਅਸੀਂ ਆਤਮਾ ਅਸਲ ਵਿੱਚ ਪਰਮਧਾਮ ਦੀ ਰਹਿਣ ਵਾਲੀ ਹਾਂ। ਪਰਮ ਪਿਤਾ ਪਰਮਾਤਮਾ ਵੀ ਉੱਥੇ ਰਹਿੰਦੇ ਹੈ। ਜਦ ਕੋਈ ਦੁੱਖ ਹੁੰਦਾ ਹੈ ਤਾਂ ਬਾਪ ਨੂੰ ਯਾਦ ਕਰਦੇ ਹੈ, ਮੈਨੂੰ ਇਸ ਦੁੱਖ ਤੋਂ ਛੁਡਾਓ। ਆਤਮਾ ਹੀ ਸੁੱਖ ਦੁੱਖ ਵਿੱਚ ਆਉਂਦੀ ਹੈ। ਬਹੁਤ ਸੰਨਿਆਸੀ ਆਦਿ ਹੈ ਜੋ ਕਹਿੰਦੇ ਹੈ ਆਤਮਾ ਨਿਰਲੇਪ ਹੈ, ਪਰੰਤੂ ਨਹੀਂ, ਆਤਮਾ ਵਿੱਚ ਵੀ ਹੀ ਖਾਦ ਪੈਂਦੀ ਹੈ। ਸੱਚੇ ਸੋਨੇ ਵਿੱਚ ਸਿਲਵਰ ਪੈਂਦੀ ਹੈ ਤਾਂ ਸੋਨਾ 24 ਕੈਰਟ ਤੋਂ 22 ਕੈਰਟ ਬਣ ਜਾਂਦਾ ਹੈ। ਸੱਚੇ ਸੋਨੇ ਵਿੱਚ ਖਾਦ ਪਾ ਦਿੰਦੇ ਹੈ ਤਾਂ ਜੇਵਰ ਮੁਲੰਬੇ ਦਾ ਹੋ ਜਾਂਦਾ ਹੈ। ਆਤਮਾ ਹੀ ਮੁੱਖ ਹੈ। ਆਤਮਾਵਾਂ ਦਾ ਬਾਪ ਹੈ ਪਰਮ ਪਿਤਾ ਪਰਮਾਤਮਾ। ਉਹੀ ਆ ਕੇ ਇਸ ਵੇਲੇ ਬੱਚਿਆਂ ਨੂੰ ਕਹਿੰਦੇ ਹੈ, ਹੁਣ ਸਰੀਰ ਦਾ ਭਾਨ ਛੱਡ ਦਵੋ। ਮੈਂ ਆਤਮਾ ਹਾਂ, ਬਾਪ ਦੇ ਕੋਲ ਜਾਂਦਾ ਹਾਂ। ਅਸੀਂ ਹਾਂ ਪਾਂਡਵ। ਪਾਂਡਵਾਂ ਦਾ ਪਲਾਨ ਇਹ ਹੈ, ਪਹਿਲੇ ਜਾਦਵ ਜਾਰਪਵਾਸੀ, ਫਿਰ ਕੌਰਵ ਅਤੇ ਇਹ ਹੈ ਪਾਂਡਵ। ਬਰੋਬਰ ਮਹਾਵਾਰੀ ਲੜਾਈ ਲੱਗੀ ਅਤੇ ਫਿਰ ਜੈ ਜੈਕਾਰ ਹੋ ਗਈ ਆ। ਇਹ ਰਾਜਯੋਗ ਹੈ ਹੀ ਨਹੀਂ ਦੁਨੀਆ ਸਵਰਗ ਦੇ ਲਈ। ਪਾਂਡਵਾਂ ਦੀ ਜੈ ਜੈਕਾਰ ਹੋਈ, ਹੋਰ ਸਭ ਖਲਾਸ ਹੋ ਗਏ। ਜੈ ਜੈਕਾਰ ਹੁੰਦੀ ਹੀ ਹੈ ਸਤਯੁਗ ਵਿੱਚ। ਰਾਖੀ ਦਾ ਤਿਉਹਾਰ ਭਾਰਤ ਵਾਸੀ ਮਨਾਉਂਦੇ ਹੈ। ਰਾਖੀ ਬੰਨ੍ਹਦੇ ਹੈ। ਹੁਣ ਇਹ ਬੱਚੇ ਜਾਣਦੇ ਹੈ ਰਾਖੀ ਇੱਕ ਹੀ ਵਾਰ ਮਨਾਉਂਦੇ ਹੈ, ਜੋ ਫਿਰ ਅਸੀਂ 21 ਜਨਮ ਪਵਿੱਤਰ ਰਹਿੰਦੇ ਹੈ। ਤਾਂ ਜ਼ਰੂਰ ਕਲਯੁਗ ਅੰਤ ਵਿੱਚ ਰੱਖੋ। ਰਕਸ਼ਾ ਬੰਧਨ ਬੰਨਣ ਵਾਲਾ ਚਾਹੀਦਾ ਹੈ। ਰਾਖੀ ਕੌਣ ਆ ਕੇ ਬੰਨ੍ਹਦੇ ਹੈ, ਕੌਣ ਪ੍ਰਤਿੱਗਿਆ ਕਰਦੇ ਹੈ? ਖੁਦ ਬਾਪ ਅਤੇ ਜੋ ਉਹਨਾਂ ਦੇ ਵੰਸ਼ਾਵਲੀ ਬ੍ਰਾਹਮਣ ਹੈ। ਸੱਚੇ ਸੱਚੇ ਬ੍ਰਾਹਮਣ ਤੁਸੀਂ ਹੋ। ਬ੍ਰਾਹਮਣ ਹੀ ਰਾਖੀ ਬੰਨ੍ਹਦੇ ਹੈ। ਭੈਣ ਭਾਈ ਨੂੰ ਬੰਨੇ, ਇਹ ਹੀ ਝੂਠੀ ਬਨਾਵਟ ਹੈ। ਬਜ਼ੁਰਗ ਲੋਕ ਜਾਣਦੇ ਹੈ, ਪਹਿਲੇ ਬ੍ਰਾਹਮਣ ਹੀ ਆ ਕੇ ਧਾਗੇ ਦੀ ਰਾਖੀ ਬੰਨ੍ਹਦੇ ਹੈ। ਉਹ ਕੋਈ ਇਵੇਂ ਨਹੀਂ ਕਹਿੰਦੇ ਕਿ ਤੁਹਾਨੂੰ ਪਵਿੱਤਰ ਰਹਿਣਾ ਹੈ। ਪਵਿੱਤਰਤਾ ਨੂੰ ਉਹ ਜਾਣਦੇ ਹੀ ਨਹੀਂ। ਤਾਂ ਇਹ ਰਾਖੀ ਉਤਸਵ ਜ਼ਰੂਰ ਸੰਗਮ ਤੇ ਹੋਇਆ ਹੈ। ਕਿੰਨੇ ਵਰੇ ਹੋਇਆ? 5000 ਵਰੇ। ਸੰਗਮ ਤੇ ਬਾਪ ਨੇ ਰਾਖੀ ਬੰਨੀ। ਫਿਰ ਅਸੀਂ ਸਤਯੁਗ ਤ੍ਰੇਤਾ ਅੰਤ ਤੱਕ ਪਵਿੱਤਰ ਰਹੇ। ਫਿਰ ਭਗਤੀ ਮਾਰਗ ਤੋਂ ਇਹ ਰਾਖੀ ਤਿਉਹਾਰ ਸ਼ੁਰੂ ਹੋ ਗਿਆ। ਕਹਿੰਦੇ ਹੈ ਉਤਸਵ ਪਰੰਪਰਾ ਤੋਂ ਮਨਾਉਂਦੇ ਆਏ ਹਾਂ, ਪਰੰਤੂ ਇਵੇਂ ਤਾਂ ਹੈ ਨਹੀਂ। 5000 ਵਰੇ ਵਿੱਚ ਅਸੀਂ ਇੱਕ ਹੀ ਵਾਰੀ ਰਾਖੀ ਬੰਨ੍ਹਦੇ ਹਾਂ। ਜਦੋਂ ਦੁਆਪਰ ਤੋਂ ਪਾਤਿਤ ਬਣਦੇ ਹਾਂ ਤਾਂ ਬਰੇ ਬਰੇ ਰਾਖੀ ਬੰਨ੍ਹਦੇ ਹਾਂ, ਕਿਉਂਕਿ ਆਪ ਪਵਿੱਤਰ ਬਣਦੇ ਹੈ। ਜਿਵੇਂ ਬਰੇ ਬਰੇ ਰਾਵਣ ਨੂੰ ਵੀ ਸਾੜਦੇ ਹੈ, ਉਵੇਂ ਬਰੇ ਬਰੇ ਰਾਖੀ ਬੰਨ੍ਹਦੇ ਹੈ। ਅਸਲ ਵਿੱਚ ਇਸ ਦਾ ਅਰਥ ਤੁਸੀਂ ਸਮਝਦੇ ਹੋ। ਬਾਪ ਆ ਕੇ ਕਹਿੰਦੇ ਹੈ, ਬੱਚੇ ਪ੍ਰਤਿੱਗਿਆ ਕਰੋ। ਰਾਖੀ ਬੰਨਣ ਨਾਲ ਕੁਝ ਨਹੀਂ ਹੁੰਦਾ ਹੈ।
ਇਹ ਤਾਂ ਕਸਮ ਉਠਾਇਆ ਜਾਂਦਾ ਹੈ ਕਿ ਬਾਬਾ ਹੁਣ ਅਸੀਂ ਪਵਿੱਤਰ ਰਹਾਂਗੇ। ਤਾਂ ਡਰਾਮੇ ਵਿੱਚ ਇੰਨਾ ਉਤਸਵਾਂ ਦੀ ਨੂੰਦ ਹੈ। ਸਤਜੁਗ ਤ੍ਰੇਤਾ ਵਿੱਚ ਰਾਖੀ ਬੰਨਣ ਦੀ ਲੋੜ ਨਹੀਂ ਰਹਿੰਦੀ। ਉਹ ਹੈ ਹੀ ਵਾਇਸਲੈਸ ਵਰਲਡ। ਇਸ ਵੇਲੇ ਆਪਣੀ ਹੈ ਚੜ੍ਹਦੀ ਕਲਾ, ਫਿਰ ਤਾਂ ਉਤਰਨਾ ਹੁੰਦਾ ਹੈ। ਅਸੀਂ ਫਿਰ ਸਤੋ ਪ੍ਰਧਾਨ ਦੇਵਤਾ ਬਣਾਂਗੇ। ਬ੍ਰਾਹਮਣ ਕਹਿੰਦੇ ਹੈ ਹੁਣ ਅਸੀਂ ਈਸ਼ਵਰ ਦੀ ਸੰਤਾਨ ਹਾਂ। ਫਿਰ ਦੇਵਤਾ ਬਣਦੇ ਹਾਂ। ਬਣਾਉਣ ਵਾਲਾ ਹੈ ਪਰਮ ਪਿਤਾ ਪਰਮਾਤਮਾ। ਮਨੁੱਖ ਤੋਂ ਦੇਵਤਾ ਨਿਰਾਕਾਰ ਪਰਮ ਪਿਤਾ ਪਰਮਾਤਮਾ ਬਣਾਉਂਦੇ ਹੈ। ਮਨੁੱਖ ਨਹੀਂ ਬਣਾ ਸਕਦੇ, ਉਹਨਾਂ ਨੇ ਮਨੁੱਖ ਦਾ ਨਾਮ ਪਾ ਦਿੱਤਾ ਹੈ। ਸ਼੍ਰੀ ਕ੍ਰਿਸ਼ਨ ਨੂੰ ਵੀ ਦੁਆਪਰ ਵਿੱਚ ਲੈ ਗਏ ਹੈ। ਤੁਸੀਂ ਭਾਤੇ ਤੋਂ ਪਾਵਨ ਕਲਯੁਗ ਅੰਤ ਵਿੱਚ ਬਣਦੇ ਹੈ। ਫਿਰ ਸਤਯੁਗ ਆਉਣਾ ਹੈ। ਜੇਕਰ ਦੁਆਪਰ ਵਿੱਚ ਆਉਣ ਤਾਂ ਫਿਰ ਕਲਯੁਗ ਦਾ ਨਾਮ ਗੁੰਮ ਹੋ ਜਾਣਾ ਚਾਹੀਦਾ ਹੈ। ਇਹ ਰੌਂਗ ਗੱਲ ਹੈ। ਜਦੋਂ ਰੌਂਗ ਹੈ ਤਾਂ ਤੇ ਬਾਪ ਆ ਕੇ ਰਾਈਟ ਬਣਾਏ ਨਾ। ਹੁਣ ਸਭ ਝੂਠੇ ਹੈ, ਝੂਠੀ ਮਾਇਆ, ਝੂਠੀ ਕਾਇਆ। ਬਾਪ ਆ ਕੇ ਬੱਚਿਆਂ ਨੂੰ ਸੱਚਾ ਬਣਾਉਂਦੇ ਹੈ। ਸਤਜੁਗ ਤ੍ਰੇਤਾ ਵਿੱਚ ਕਦੇ ਝੂਠ ਬੋਲਦੇ ਹੀ ਨਹੀਂ। ਇੱਥੇ ਤਾਂ ਪਾਪ ਕਰਦੇ, ਝੂਠ ਬੋਲਦੇ ਰਹਿੰਦੇ ਹੈ। ਪਾਪ ਆਤਮਾਵਾਂ ਨੂੰ ਪੁੰਨਿਆ ਆਤਮਾ ਦਾ ਬਾਪ ਹੀ ਬਣਾਉਣਗੇ। ਜਿਵੇਂ ਦੀਪਮਾਲਾ ਦੇ ਸਾਰੇ ਬਰੇ ਦਾ ਹਿਸਾਬ ਕਿਤਾਬ ਚੁਕਤੂ ਕਰਦੇ ਹੈ ਨਾ, ਤੁਹਾਡਾ ਫਿਰ ਆਧਾ ਕਲਪ ਦਾ ਜੋ ਪਾਪਾਂ ਦਾ ਖਾਤਾ ਹੈ ਉਹ ਭਸਮ ਹੁੰਦਾ ਹੈ ਅਤੇ ਪੁੰਨਿਆ ਦਾ ਖਾਤਾ ਤੁਸੀਂ ਜਮ੍ਹਾਂ ਕਰਦੇ ਜਾਂਦੇ ਹੋ। ਇੱਥੇ ਹੀ ਜਮ੍ਹਾਂ ਕਰਨਗੇ ਤਾਂ 21 ਜਨਮ ਲਈ ਫਲ ਮਿਲੇਗਾ। ਬਾਪ ਨੂੰ ਯਾਦ ਕਰਨ ਤੇ ਹੀ ਵਿਕਰਮ ਵਿਨਾਸ਼ ਹੋਣਗੇ। ਨਵਾਂ ਕੋਈ ਪਾਪ ਨਹੀਂ ਕਰਨਾ ਚਾਹੀਦਾ। ਪੁਰਾਣਾ ਖਾਤਾ ਖਲਾਸ ਕਰਨਾ ਹੈ। ਬਾਪ ਨੂੰ ਦੱਸਦੇ ਹੈ ਕਿ ਬਾਬਾ ਸਾਡੇ ਤੋਂ ਇਹ ਪਾਪ ਹੋਇਆ, ਅੱਛਾ ਆਧਾ ਮਾਫ ਹੈ। ਇਸ ਜੀਵਨ ਵਿੱਚ ਵੀ ਛੋਟੇਪਨ ਵਿੱਚ ਪਾਪ ਕੀਤਾ ਹੈ ਤਾਂ ਉਹ ਦੱਸਣ ਨਾਲ ਆਧਾ ਦੰਡ ਘਟ ਜਾਵੇਗਾ। ਬਾਕੀ ਆਧੇ ਤੇ ਲਈ ਫਿਰ ਵੀ ਮਿਹਨਤ ਕਰਨੀ ਪਵੇਗੀ। ਇਸ ਜਨਮ ਦੀ ਜੀਵਨ ਕਹਾਣੀ ਤੋਂ ਅੱਗੇ ਤਾਂ ਵੀ ਪਤਾ ਪੈ ਜਾਂਦਾ ਹੈ, ਕਿਉਂਕਿ ਸੰਸਕਾਰ ਲਿਆਉਂਦੇ ਹੈ ਨਾ, ਫਿਰ ਉਹਨਾਂ ਦੀ ਅਵਸਥਾ ਦਾ ਪਤਾ ਪੈ ਜਾਂਦਾ ਹੈ। ਇਹ ਤਾਂ ਸਮਝਦੇ ਹੈ ਦਿਨ ਪ੍ਰਤੀ ਦਿਨ ਹੇਠਾਂ ਹੀ ਡਿੱਗਦੇ ਆਏ ਹੈ। ਦੁਨੀਆ ਤਮੋ ਪ੍ਰਧਾਨ ਬਣਦੀ ਜਾਂਦੀ ਹੈ, ਪਾਪ ਵੱਧਦੇ ਜਾਂਦੇ ਹੈ। ਫਿਰ ਪਾਤਿਤ ਪਾਵਨ ਬਾਪ ਆ ਕੇ ਰਾਖੀ ਬਣਦੇ ਹੈ, ਮਤਲਬ ਪ੍ਰਤਿਗਿਆ ਕਰਵਾਉਂਦੇ ਹੈ ਤਾਂ ਤੁਸੀਂ ਵੀ ਪਵਿੱਤਰ ਬਣ ਜਾਂਦੇ ਹੋ। ਪਰੰਪਰਾ ਮਤਲਬ ਹਰ 5000 ਵਰ੍ਹੇ ਬਾਅਦ ਇਹ ਸੱਚੀ ਰਾਖੀ ਬਾਪ ਤੋਂ ਬਣਾਉਂਦੇ, ਫਿਰ ਉਸ ਦੀ ਰਸਮ ਰਿਵਾਜ ਆਧਾ ਕਲਪ ਚੱਲਦੀ ਹੈ। ਉਸ ਦਾ ਮਹੱਤਵ ਬਹੁਤ ਹੈ। ਪਹਿਲੇ ਮਹੱਤਵ ਹੈ ਜੋ ਰਾਖੀ ਬਣਦੇ ਹੈ ਉਹਨਾਂ ਦਾ ਉਤਸਵ ਹੈ ਮੁੱਖ। ਊਂਚ ਤੇ ਊਂਚ ਉਤਸਵ ਹੈ ਸ਼ਿਵ ਜਯੰਤੀ, ਜਿਸ ਦਾ ਕਿਸੇ ਨੂੰ ਪਤਾ ਨਹੀਂ ਹੈ ਕਿ ਉਹ ਕਦੋਂ ਆਏ, ਕੀ ਆ ਕੇ ਕੀਤਾ। ਇਬਰਾਹਿਮ, ਬੁੱਧ, ਕ੍ਰਾਈਸਟ ਆਦਿ ਕਦੋਂ ਆਏ ਇਹ ਤਾਂ ਸਭ ਜਾਣਦੇ ਹੈ ਨਾ। ਉਹਨਾਂ ਤੋਂ ਅੱਗੇ ਸਤਜੁਗ ਤ੍ਰੇਤਾ ਵਿੱਚ ਕੀ ਸੀ ਉਹ ਹਿਸਟਰੀ ਜਿਓਗ੍ਰਾਫੀ ਕੋਈ ਜਾਣਦੇ ਨਹੀਂ। ਦੇਵੀ ਦੇਵਤਾਵਾਂ ਦੀ ਰਾਜਧਾਨੀ ਕਿਵੇਂ ਸਥਾਪਨ ਹੋਈ, ਕਿੰਨਾ ਸਮਾਂ ਚੱਲੀ ਇਹ ਕੋਈ ਜਾਣਦੇ ਨਹੀਂ। ਮੂੰਹ ਤੋਂ ਕਹਿੰਦੇ ਹੈ ਸਤਜੁਗ ਦੇ ਲక్ష్ਮੀ ਨਾਰਾਇਣ ਸਰਵਗੁਣ ਸੰਪੰਨ 16 ਕਲਾ ਸੰਪੂਰਨ ਨਿਰਵਿਕਾਰੀ ਹੈ। ਲక్ష్ਮੀ ਨਾਰਾਇਣ ਤਾਂ ਹੋਏ ਮਹਾਰਾਜਾ ਮਹਾਰਾਣੀ, ਉਹਨਾਂ ਦਾ ਬਚਪਨ ਵੀ ਚਾਹੀਦਾ ਹੈ। ਬੱਚਿਆਂ ਦਾ ਕਿਸੇ ਨੂੰ ਪਤਾ ਨਹੀਂ ਹੈ। ਰਾਧੇ ਕ੍ਰਿਸ਼ਨ ਫਿਰ ਉਲਟਾ ਦੁਆਪਰ ਵਿੱਚ ਲੈ ਜਾਂਦੇ ਹੈ। ਇਹ ਮਨੁੱਖਾਂ ਦੀ ਆਪਣੀ ਕਲਪਨਾ ਹੈ। ਸਤਜੁਗ ਦੀ ਉਮਰ ਵੀ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਇੰਨੀ ਤਾਂ ਹੋਣੀ ਨਹੀਂ ਚਾਹੀਦੀ। ਖੁਦ ਵੀ ਕਹਿੰਦੇ ਹੈ 3000 ਵਰ੍ਹੇ ਬਿਫੋਰ ਕ੍ਰਾਈਸਟ ਬਰੋਬਰ ਦੇਵੀ ਦੇਵਤਾਵਾਂ ਦਾ ਰਾਜ ਸੀ। ਤਾਂ ਫਿਰ ਸਤਜੁਗ ਨੂੰ ਇੰਨੇ ਵਰ੍ਹੇ ਕਿਉਂ ਦਿੰਦੇ ਹੈ? ਸਹਿਜ ਗੱਲ ਹੈ ਨਾ। ਪਰੰਤੂ ਮਾਇਆ ਪੱਥਰ ਬੁੱਧੀ ਬਣਾ ਦਿੰਦੀ ਹੈ, ਜੋ ਬਿਲਕੁਲ ਹੀ ਭੁੱਲ ਜਾਂਦੇ ਹੈ ਕਿ ਅਸੀਂ ਦੇਵੀ ਦੇਵਤਾ ਸੀ। ਨੰਬਰ 1 ਹੀ ਜਦ ਨਾਰਾਇਣ ਬੰਦਾ ਤਾਂ ਉਹਨਾਂ ਨੂੰ ਇਹ ਗਿਆਨ ਨਹੀਂ ਹੁੰਦਾ। ਗਿਆਨ ਪਰਾਇਆ ਲੋਪ ਹੋ ਜਾਂਦਾ ਹੈ। ਬਾਪ ਕਹਿੰਦੇ ਹੈ ਹੁਣ ਤੁਹਾਨੂੰ ਗਿਆਨ ਦਿੱਤਾ ਹੈ ਮਨੁੱਖ ਤੋਂ ਦੇਵਤਾ ਬਣਾਉਣ ਦਾ। ਦੇਵਤਾ ਬਣ ਗਏ ਫਿਰ ਕੀ ਸਿਖਾਉਣਗੇ? ਲੋੜ ਹੀ ਨਹੀਂ। ਤਾਂ ਰਾਖੀ ਦਾ ਉਤਸਵ ਵੀ ਤੁਸੀਂ ਜਾਣਦੇ ਹੋ। ਇਹ ਸਭ ਉਤਸਵ ਬਰੇ ਹੁੰਦੇ ਹੈ। ਕੁੰਭ ਦਾ ਮੇਲਾ, ਸਾਗਰ ਨਦੀ ਦਾ ਮੇਲਾ ਵੀ ਬੜਾ ਭਾਰੀ ਲੱਗਦਾ ਹੈ। ਸਾਗਰ ਅਤੇ ਬ੍ਰਹਮਪੁੱਤਰਾ ਨਦੀ ਦਾ ਮੇਲਾ ਮਸ਼ਹੂਰ ਹੈ। ਸਾਗਰ ਦੇ ਬਾਪ ਹੈ, ਉਹਨਾਂ ਵਿੱਚ ਪਹਿਲੇ ਇਹ ਬ੍ਰਹਮਪੁੱਤਰਾ ਨਿਕਲੀ, ਫਿਰ ਬ੍ਰਿਧੀ ਹੁੰਦੀ ਜਾਂਦੀ ਹੈ। ਸਾਗਰ ਅਤੇ ਬ੍ਰਹਮਪੁੱਤਰਾ ਦਾ ਮੇਲਾ ਵੇਖਣ ਵਿੱਚ ਆਉਂਦਾ ਹੈ। ਉੱਥੇ ਫਿਰ ਹੈ ਨਦੀਆਂ ਦਾ ਮੇਲਾ, ਉਸ ਵਿੱਚ ਵੀ ਸਾਫ਼ ਪਾਣੀ ਅਤੇ ਮੈਲਾ ਪਾਣੀ ਵਿਖਾਈ ਦਿੰਦਾ ਹੈ। ਉੱਥੇ ਵੀ ਹਰ ਬਰੇ ਮੇਲਾ ਲੱਗਦਾ ਹੈ। ਬਰੇ ਜਾ ਕੇ ਪਾਤੇ ਤੋਂ ਪਾਵਨ ਬਣ ਲਈ ਇਸ਼ਨਾਨ ਕਰਦੇ ਹੈ।
ਹੁਣ ਤੁਸੀਂ ਸੰਗਮ ਯੁੱਗ ਤੇ ਹੈ। ਬਰੋਬਰ ਇਸ ਵੇਲੇ ਤੁਸੀਂ ਗਿਆਨ ਸਾਗਰ ਨੂੰ ਆ ਕੇ ਮਿਲੇ ਹੈ। ਇਹ ਹੈ ਸੰਗਮ ਦਾ ਸੁਹਾਵਣਾ ਸਮਾਂ, ਜਦੋਂ ਕਿ ਆਤਮਾਵਾਂ ਦਾ ਪਰਮਪਿਤਾ ਪਰਮਾਤਮਾ ਨਾਲ ਮਿਲਨ ਹੁੰਦਾ ਹੈ। ਤੁਸੀਂ ਬੱਚੇ ਜਾਣਦੇ ਹੋ, ਜੋ ਵੀ ਪਰਬ ਮਨਾਉਂਦੇ ਹੈ ਉਹ ਸਭ ਹੁਣ ਦੇ ਹੈ। ਅੱਜ ਹੈ ਰਾਖੀ, ਬਾਬਾ ਥੋੜੀ ਰਾਖੀ ਵੀ ਲੈ ਆਏ ਹੈ। ਹੁਣ ਬਾਬਾ ਪੁੱਛਦੇ ਹੈ, ਕਿਸਨੇ ਸ਼ਿਵ ਬਾਬਾ ਤੋਂ ਰਾਖੀ ਬੰਦਵਾਈ ਹੈ? ਉਹ ਹੱਥ ਉਠਾਏ। ਪਹਿਲੇ 2-4 ਨੇ ਹੱਥ ਉਠਾਇਆ। ਫਿਰ ਬਾਬਾ ਨੇ ਕਿਹਾ, ਸ਼ਿਵ ਬਾਬਾ ਤੋਂ ਜਿਨ੍ਹਾਂ ਨੇ ਰਾਖੀ ਬੰਦਵਾਣੀ ਹੋਵੇ ਉਹ ਹੱਥ ਉਠਾਣ। ਤਾਂ ਮੈਜੋਰਿਟੀ ਨੇ ਹੱਥ ਉਠਾਇਆ। ਬਾਪ ਦਾਦਾ ਬੋਲੇ ਕਿ ਤੁਸੀਂ ਸਾਰੇ ਪਾਵਨ ਨਹੀਂ ਬਣੇ ਹੋ ਜੋ ਰਾਖੀ ਬੰਦਵਾਉਂਦੇ ਹੋ। ਫਿਰ ਮੰਮਾ ਤੋਂ ਬਾਪ ਦਾਦਾ ਨੇ ਪੁੱਛਿਆ ਤਾਂ ਮੰਮਾ ਬੋਲੀ, ਰਾਖੀ ਤੇ ਬੰਨੀ ਹੀ ਹੋਈ ਹੈ। ਦੇਖੋ, ਬਾਬਾ ਨੇ ਬੱਚਿਆਂ ਦੀ ਪ੍ਰੀਖਿਆ ਲਈ ਤਾਂ ਸਭ ਫੇਲ ਹੋ ਗਏ। ਮੰਮਾ ਨੇ ਠੀਕ ਕਿਹਾ, ਤੁਸੀਂ ਤਾਂ ਪਵਿੱਤਰ ਹੋ ਹੀ, ਬਾਕੀ ਗਿਆਨ ਦੀ ਧਾਰਨਾ ਦੇ ਮਦਾਰ ਹੈ। ਖਜ਼ਾਨਾ ਤੇ ਮਿਲਦਾ ਹੀ ਰਹੇਗਾ। ਜਦੋਂ ਤੱਕ ਜਿਉਂਦੇ ਹੈ ਉਦੋਂ ਤੱਕ ਖਜ਼ਾਨਾ ਇਕੱਠਾ ਕਰਦੇ ਰਹੋ। ਪਵਿੱਤਰ ਤੇ ਤੁਸੀਂ ਹੋ, ਪਰੰਤੂ ਯਾਦ ਵਿੱਚ ਰਹਿਣ ਨਾਲ ਤੁਸੀਂ ਵਾਯੂਮੰਡਲ ਨੂੰ ਸ਼ਾਂਤ ਬਣਾਉਂਦੇ ਹੋ, ਸਾਰੀ ਦੁਨੀਆ ਨੂੰ ਸ਼ਾਂਤੀ ਦਾ ਵਰਸਾ ਦੇ ਰਹੇ ਹੋ। ਪਵਿੱਤਰਤਾ ਦੀ ਹੀ ਪ੍ਰਤਿੱਗਿਆ ਕੀਤੀ ਜਾਂਦੀ ਹੈ। ਬਾਪ ਨੂੰ ਯਾਦ ਕਰਦੇ ਹੈ ਸ਼ਾਂਤੀ ਫੈਲਾਉਣ ਲਈ। ਇਹ ਵੀ ਤੁਸੀਂ ਜਾਣਦੇ ਹੋ, ਜਿਨ੍ਹਾਂ ਬਾਪ ਨੂੰ ਯਾਦ ਕਰੋਗੇ ਮਾਇਆ ਦਾ ਅਸਰ ਨਹੀਂ ਹੋਵੇਗਾ। ਮਾਇਆ ਦੇ ਤੂਫਾਨ ਵੀ ਆਉਂਦੇ ਹੈ ਨਾ ਬਾਪ, ਤੁਸੀਂ ਬੱਚਿਆਂ ਨੂੰ ਪੜ੍ਹਾ ਕੇ ਤਰੀਕਲਦਰਸ਼ੀ ਬਣਾ ਰਹੇ ਹੈ। ਡਰਾਮੇ ਦੇ ਆਦਿ ਮਧਿਅੰਤ ਨੂੰ ਤੁਸੀਂ ਜਾਣਦੇ ਹੋ। ਤੁਹਾਡਾ ਇਹ ਭੁੱਲਣਾ ਹੀ ਡਰਾਮੇ ਵਿੱਚ ਹੈ। ਇਸ ਲਈ ਫਿਰ ਤੋਂ ਮੈਨੂੰ ਆਉਣਾ ਪੈਂਦਾ ਹੈ। ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾਉਣ ਸ਼ਿਵ ਜਯੰਤੀ ਮਨਾਉਂਦੇ ਹੈ, ਪਰੰਤੂ ਅਰਥ ਨਹੀਂ ਸਮਝਦੇ। ਬਾਬਾ, ਅਸੀਂ ਰਾਖੀ ਬੰਨ੍ਹਵਾਉਂਦੇ ਹਾਂ। ਅਸੀਂ ਪਵਿੱਤਰ ਬਣ ਕਿਉਂ ਨਹੀਂ ਬੇਹੱਦ ਦੇ ਬਾਪ ਤੋਂ ਵਰਸਾ ਲਵਾਂਗੇ, ਕਿਉਂਕਿ ਇਸ ਵਿੱਚ ਪਵਿੱਤਰਤਾ ਹੈ। ਫਸਟ ਬੇਹੱਦ ਦਾ ਬਾਪ ਕਹਿੰਦੇ ਹੈ, ਆਧਾ ਕਲਪ ਤੁਸੀਂ ਵਿਸ਼ ਗਟਰ ਵਿੱਚ ਬਹੁਤ ਗੋਤੇ ਖਾਂਦੇ ਹੈ। ਇਹ ਹੈ ਹੀ ਕੁੰਭੀ ਪਾਕ ਨਰਕ, 63 ਜਨਮ ਗੋਤੇ ਖਾਏ ਹੈ। ਹੁਣ ਪ੍ਰਤਿੱਗਿਆ ਕਰੋ ਬਾਬਾ, ਅਸੀਂ ਵੀ ਪਵਿੱਤਰ ਦੁਨੀਆ ਵਿੱਚ ਚੱਲ ਸੁੱਖ ਦਾ ਵਰਸਾ ਲਵਾਂਗੇ, ਪਰੰਤੂ ਹਿੰਮਤ ਨਹੀਂ ਵੇਖਦੇ ਹੈ। ਇਹ ਹੈ ਗਿਆਨ ਬਾਣ ਸਰੋਵਰ। ਇਸ ਵਿੱਚ ਗਿਆਨ ਇਸ਼ਨਾਨ ਕਰਨ ਤੇ ਮਨੁੱਖ ਸਵਰਗ ਦੀ ਪਰੀ ਬਣ ਜਾਂਦੇ ਹੈ। ਭਾਰਤ ਵਾਸੀ ਲక్ష్ਮੀ ਨਾਰਾਇਣ ਆਦਿ ਦੇ ਮੰਦਿਰ ਬਣਾਉਂਦੇ ਹੈ, ਪਰੰਤੂ ਉਹਨਾਂ ਨੂੰ ਪਤਾ ਥੋੜ੍ਹੇ ਨਾ ਹੈ ਕਿ ਉਹ ਕਦੋਂ ਆਏ ਹੈ। ਤਾਂ ਇਹ ਹੋਈ ਅੰਧ ਸ਼ਰਧਾ। ਤੁਸੀਂ ਬੱਚਿਆਂ ਨੂੰ ਹੁਣ ਬਾਪ ਨੇ ਆਪ ਸਮਾਨ ਮਾਸਟਰ ਗਿਆਨ ਸਾਗਰ ਬਣਾਇਆ ਹੈ। ਜਿਵੇਂ ਵਰਿਸ਼ਟਰ ਆ ਕੇ ਆਪ ਸਮਾਨ ਬਣਾਉਂਦੇ ਹੈ, ਫਿਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਪਾਸ ਹੁੰਦੇ ਹੈ। ਇਹ ਵੀ ਪੜ੍ਹਾਈ ਹੈ। ਏਮ ਆਬਜੈਕਟ ਕਲੀਅਰ ਲਿਖਿਆ ਹੋਇਆ ਹੈ। ਸ਼ਿਵ ਬਾਬਾ ਦਾ ਵੀ ਚਿੱਤਰ ਹੈ, ਪਰੰਤੂ ਸਮਝਦੇ ਕੁਝ ਨਹੀਂ ਹੈ। ਗਾਉਂਦੇ ਹੈ ਪਾਤਿਤ ਪਾਵਨ ਸੀਤਾਰਾਮ। ਇਹ ਹੈ ਹੀ ਰਾਵਣ ਸੰਪਰਦਾਇ। ਇਸ ਲਈ ਬਾਪ ਕਹਿੰਦੇ ਹੈ, ਆਪਣੀ ਸ਼ਕਲ ਵੇਖੋ, 16 ਕਲਾ ਸੰਪੂਰਨ ਨਿਰਵਿਕਾਰੀ ਹੈ। ਆਪਣੇ ਨੂੰ ਆਤਮਾ ਨਿਸ਼ਚੈ ਕਰਦੇ ਹੋ। ਤੁਹਾਡੀ ਆਤਮਾ ਦਾ ਬਾਪ ਕੌਣ ਹੈ? ਉਹਨਾਂ ਨੂੰ ਨਹੀਂ ਜਾਣਦੇ ਤਾਂ ਤੁਸੀਂ ਨਾਸਤਿਕ ਠਹਿਰੇ। ਫਿਰ ਨਾਸਤਿਕ ਲక్ష్ਮੀ ਨੂੰ ਕਿਵੇਂ ਵਰਨਗੇ? ਤੁਸੀਂ ਜਾਣਦੇ ਹੋ ਬਰੋਬਰ ਅਸੀਂ ਇਹ ਬੰਦਰ ਸੰਪਰਦਾਇ ਸੀ, ਹੁਣ ਅਸੀਂ ਸ਼੍ਰੀ ਨਾਰਾਇਣ ਨੂੰ ਬਣਨ ਦੇ ਲਾਇਕ ਬਣਦੇ ਹਾਂ। ਬਾਪ ਕਹਿੰਦੇ ਹੈ, ਮੈਂ ਤੁਹਾਨੂੰ ਮਾਇਆ ਰਾਵਣ ਦੇ ਰਾਜ ਤੋਂ ਲਿਬਰੇਟ ਕਰਨ ਆਇਆ ਹਾਂ। ਫਿਰ ਰਾਵਣ ਦਾ ਬੁੱਤ ਕਦੇ ਸਾੜਨਗੇ ਹੀ ਨਹੀਂ। ਇਹ ਸਮਝਣ ਦੀਆਂ ਗੱਲਾਂ ਹੈ। ਜਿੰਨਾ ਪੁਰਸ਼ਾਰਥ ਕਰਨਗੇ ਉਤਨਾ ਚੰਗਾ ਵਰਸਾ ਪਾਉਣਗੇ। ਬਾਬਾ ਦੱਸ ਸਕਦੇ ਹੈ, ਤੁਸੀਂ ਉਸ ਵੇਲੇ ਦੇ ਪੁਰਸ਼ਾਰਥ ਅਨੁਸਾਰ ਕੀ ਬਣੋਗੇ। ਅੱਜ ਕੱਲ੍ਹ ਮਨੁੱਖਾਂ ਦੀ ਮੌਤ ਤੇ ਬੜੀ ਚੀਪ ਮਨਾ ਸਸਤੀ ਹੈ। ਉੱਥੇ ਤਾਂ ਸਮੇਂ ਦੇ ਉਮਰ ਪੂਰੀ ਹੋਈ ਝੱਟ ਪਤਾ ਪਵੇਗਾ ਸਾਨੂੰ ਇਹ ਚੋਲਾ ਛੱਡ ਦੂਸਰਾ ਨਵਾਂ ਲੈਣਾ ਹੈ। ਨਵੀਆਂ ਆਤਮਾਵਾਂ ਆਉਂਦੀਆਂ ਹੈ ਤਾਂ ਪਹਿਲੇ ਉਹਨਾਂ ਦੀ ਮਹਿਮਾ ਹੁੰਦੀ ਹੈ, ਫਿਰ ਘੱਟ ਹੋ ਜਾਂਦੀ ਹੈ। ਸਤੋ ਰਜੋ ਤੋਂ ਹਰੇਕ ਨੂੰ ਪਾਸ ਹੋਣਾ ਪੈਂਦਾ ਹੈ। ਬਾਬਾ ਆ ਕੇ ਸਤੋ ਪ੍ਰਧਾਨ ਬਣਾਉਂਦੇ ਹੈ। ਇਹ ਵੀ ਵੰਡਰ ਹੈ। ਇੰਨੀਆਂ ਕਰੋੜ ਆਤਮਾਵਾਂ ਨੂੰ ਆਪਣਾ ਅਵਿਨਾਸ਼ੀ ਪਾਠ ਮਿਲਿਆ ਹੋਇਆ ਹੈ, ਜਦੋਂ ਜੋ ਕਦੇ ਵਿਨਾਸ਼ ਨਹੀਂ ਹੋ ਸਕਦਾ। ਆਤਮਾ ਇਤਨੀ ਛੋਟੀ ਜਿਹੀ ਬਿੰਦੀ ਹੈ, ਉਸ ਵਿੱਚ ਸਾਰਾ ਅਵਿਨਾਸ਼ੀ ਪਾਠ ਭਰਿਆ ਹੋਇਆ ਹੈ। ਇਸ ਨੂੰ ਕੁਦਰਤ ਕਿਹਾ ਜਾਂਦਾ ਹੈ। ਨਵਾਂ ਕੋਈ ਇਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ। ਬੜੀਆਂ ਗੁਹੀਆਂ ਗੱਲਾਂ ਹੈ। ਸ਼ਿਵ ਦਾ ਰੂਪ ਤੇ ਇਹ ਵੀ ਵਿਖਾਉਂਦੇ ਹਨ। ਜੇਕਰ ਅਸੀਂ ਇਹਨਾਂ ਦਾ ਰੂਪ ਬਦਲਾ ਦਈਏ ਤਾਂ ਕਹਿਣਾ ਇਹ ਇਹਨਾਂ ਦੀ ਤੇ ਦੁਨੀਆ ਤੋਂ ਨਿਆਰੀਆਂ ਗੱਲਾਂ ਹੈ।
ਨਵੀਂ ਦੁਨੀਆ ਦੇ ਲਈ ਨਵੀਆਂ ਗੱਲਾਂ ਹੁਣ ਤੁਸੀਂ ਸੁਣਦੇ ਹੋ, ਫਿਰ ਕਲਪ ਬਾਅਦ ਵੀ ਤੁਸੀਂ ਹੀ ਆ ਕੇ ਸੁਣੋਗੇ। ਤਾਂ ਪਾਦਿਤ ਪਾਵਨ ਬਾਪ ਨੇ ਪ੍ਰਤਿੱਗਿਆ ਕਰਵਾਈ ਸੀ, ਜਿਨ੍ਹਾਂ ਨੇ ਇਹ ਪ੍ਰਤਿੱਗਿਆ ਕੀਤੀ ਉਹੀ ਸਵਰਗ ਦੇ ਮਾਲਿਕ ਬਣੇ। ਇਸ ਲਈ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸੱਚੇ ਸੱਚੇ ਬ੍ਰਾਹਮਣ ਤੁਸੀਂ ਹੋ, ਸਰਸਵਤੀ ਬ੍ਰਾਹਮਣੀ ਉੱਚੀ ਗਾਈ ਜਾਂਦੀ ਹੈ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ ਨੰਬਰ 1 ਪਰ ਪੁਰਾਣਾ ਵਿਕਰਮਾਂ ਦਾ ਖਾਤਾ ਖਲਾਸ ਕਰ ਪੁੰਨਿਆਂ ਦਾ ਖਾਤਾ ਜਮ੍ਹਾਂ ਕਰਨਾ ਹੈ। ਯਾਦ ਵਿੱਚ ਰਹਿ ਸ਼ਾਂਤੀ ਦਾ ਵਾਯੂਮੰਡਲ ਬਣਾਉਣਾ ਹੈ। ਨੰਬਰ 2 ਪਵਿੱਤਰਤਾ ਦੀ ਪ੍ਰਤਿੱਗਿਆ ਕਰ ਪਵਿੱਤਰ ਰਹਿਣ ਦੀ ਸੱਚੀ ਰਾਖੀ ਹਰੇਕ ਨੂੰ ਬੰਨਣੀ ਹੈ। ਵਰਦਾਨ ਹੈ ਜਿਹਦਾ ਸਦਾ ਦਿਲ ਖੁਸ਼ ਮਿਠਾਈ ਖਾਣ ਅਤੇ ਖਿਲਾਉਣ ਵਾਲੇ ਸੱਚੇ ਸੇਵਾਧਾਰੀ ਖੁਸ਼ ਮਿਜਾਜ ਭਵ। ਸਦਾ ਖੁਸ਼ ਦਿਲ ਮਿਠਾਈ ਖਾਣ ਅਤੇ ਖਿਲਾਉਣ ਵਾਲੇ ਸੱਚੇ ਸੇਵਾਦਾਰੀ ਖੁਸ਼ ਮਿਜਾਜ ਭਵ। ਅੱਜ ਬਾਬਾ ਆਖਦੇ ਨੇ, ਜੋ ਰੋਜ਼ ਅੰਮ੍ਰਿਤ ਵੇਲੇ ਦਿਲ ਖੁਸ਼ ਮਿਠਾਈ ਖਾਂਦੇ ਹੈ, ਉਹ ਖੁਦ ਵੀ ਸਾਰਾ ਦਿਨ ਖੁਸ਼ ਰਹਿੰਦੇ ਹੈ ਅਤੇ ਦੂਜੇ ਵੀ ਉਹਨਾਂ ਨੂੰ ਵੇਖ ਖੁਸ਼ ਰਹਿੰਦੇ ਹੈ। ਇਹ ਦਿਲ ਖੁਸ਼ ਦੀ ਖੁਰਾਕ ਕਿਵੇਂ ਦੀ ਵੀ ਪਰਿਸਥਿਤੀ ਨੂੰ ਛੋਟਾ ਬਣਾ ਦਿੰਦੀ ਹੈ, ਪਹਾੜ ਨੂੰ ਰੂਈ ਬਣਾ ਦਿੰਦੀ ਹੈ। ਤਾਂ ਸਦਾ ਇਹ ਹੀ ਸਮਰਿਤੀ ਰੱਖੋ ਕਿ ਅਸੀਂ ਦਿਲ ਖੁਸ਼ ਮਿਠਾਈ ਖਾਣ ਅਤੇ ਦੂਜਿਆਂ ਨੂੰ ਖਵਾਉਣ ਵਾਲੇ ਹਾਂ। ਰੋਣ ਦੀ ਪਰਿਸਥਿਤੀ ਵਿੱਚ ਵੀ ਮਨ ਸਦਾ ਖੁਸ਼ ਰਹੇ ਤਾਂ ਕਹਾਂਗੇ ਖੁਸ਼ ਮਿਜਾਜ। ਉਹਨਾਂ ਦੇ ਚਿਹਰੇ ਤੋਂ ਵੀ ਸੇਵਾ ਹੁੰਦੀ ਹੈ। ਉਹਨਾਂ ਦੀ ਸੂਰਤ ਗਿਆਨ ਦੀ ਸੀਰਤ ਨੂੰ ਪ੍ਰਤੱਖ ਕਰਦੀ ਹੈ। ਸਲੋਗਨ ਹੈ ਜਿਹਦਾ ਜਿਸ ਦੇ ਹਰ ਸੰਕਲਪ ਤੋਂ ਅਨੇਕਾਂ ਨੂੰ ਸ੍ਰੇਸ਼ਟ ਜੀਵਨ ਬਣਾਉਣ ਦੀ ਪ੍ਰੇਰਣਾ ਪ੍ਰਾਪਤ ਹੋਵੇ, ਉਹੀ ਪੁੰਨਿਆ ਆਤਮਾ ਹੈ। ਜਿਸ ਦੇ ਹਰ ਸੰਕਲਪ ਤੋਂ ਅਨੇਕਾਂ ਨੂੰ ਸ੍ਰੇਸ਼ਟ ਜੀਵਨ ਬਣਾਉਣ ਦੀ ਪ੍ਰੇਰਣਾ ਪ੍ਰਾਪਤ ਹੋਵੇ, ਉਹੀ ਪੁੰਨਿਆ ਆਤਮਾ ਹੈ। ਅੱਛਾ, ਓਮ ਸ਼ਾਂਤੀ।